ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਗੁਰੂ ਨਾਨਕ ਸਾਹਿਬ ਜੀ ਤੁਰੇ ਜਾ ਰਹੇ ਸਨ। ਕੀ ਦੇਖਦੇ ਹਨ, ਅੱਗੇ ਸਿੱਧ ਮੰਡਲੀ ਬੈਠੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਾ ਕੇ ਆਦੇਸ਼ ਕੀਤੀ ਤਾਂ ਅੱਗੋਂ ਗੋਰਖਨਾਥ ਨੇ ਕਿਹਾ ਆਦੇਸ਼ ਅਲੇਖ ਪੁਰਖ ਕੋ ਆਦੇਸ਼। ਤਾਂ ਗੋਰਖਨਾਥ ਨੇ ਕਿਹਾ ਆਓ ਨਾਨਕ ਤਪਾ ਜੀ, ਆਓ ਬੈਠੋ ਜੀ। ਅੱਗੇ ਸਿੱਧ ਭੰਡਾਰਾ ਤਿਆਰ ਕਰ ਰਹੇ ਸਨ। ਗੋਰਖਨਾਥ ਨੇ ਕਿਹਾ ਹੇ ਭਰਥਰੀ ਤੂੰ ਪਾਣੀ ਲੈ ਕੇ ਆ। ਭਰਥਰੀ ਡੋਲ ਲੈ ਕੇ ਪਾਣੀ ਲੈਣ ਚਲਾ ਗਿਆ। ਉਸਦਾ ਡੋਲ ਇੰਨਾ ਵੱਡਾ ਸੀ ਕਿ 64 ਮਣ ਪਾਣੀ ਉਸ ਵਿੱਚ ਪੈਂਦਾ ਸੀ ਅਤੇ 64 ਡੋਲ ਪਾਣੀ ਦੇ ਉਸ ਭੰਡਾਰੇ ਦੇ ਵਿੱਚ ਤਿਆਰ ਕਰਨ ਲਈ ਪੈਂਦੇ ਸਨ। ਭਰਥਰੀ ਸਿਰ ਉੱਪਰ ਉਠਾ ਕੇ ਆਪ ਹੀ ਲੈ ਆਉਂਦਾ ਸੀ। ਜਦੋਂ ਭਰਥਰੀ ਪਾਣੀ ਲੈ ਕੇ ਆ ਰਿਹਾ ਸੀ ਤਾਂ ਉਸਨੇ ਕੀ ਦੇਖਿਆ ਕਿ ਕਰੰਗ ਦੀ ਕਤਾਰ ਚੱਲੀ ਆਉਂਦੀ ਹੈ। ਭਰਥਰੀ ਨੇ ਦੇਖਿਆ ਇੱਕ ਕਰੰਗਣੀ ਦੀ ਪਿੱਠ ਤੇ ਚੜ੍ਹ ਕੇ ਕਲੋਰ ਕਰ ਰਿਹਾ ਹੈ। ਭਰਥਰੀ ਨੇ ਕਿਹਾ ਅਰੇ ਪਾਪੀ ਤੂੰ ਕੀ ਕਰ ਰਿਹਾ ਹੈ, ਤੂੰ ਨਰਕਾਂ ਨੂੰ ਜਾਵੇਂਗਾ। ਤਾਂ ਉਹ ਕਰੰਗ ਬੋਲਿਆ ਪਾਪੀ ਮੈਂ ਨਹੀਂ ਹਾਂ, ਕਵਲਪਤ ਜੂਨਾ ਰਾਜੇ ਦੀ ਬੇਟੀ ਹੈ। 2 ਵਾਰ ਤੇਰੇ ਨਾਲ ਪਹਿਲਾਂ ਵਿਆਹੀ ਹੋਈ ਹੈ ਤੇ ਹੁਣ ਤੀਸਰੀ ਵਾਰ ਫਿਰ ਤੇਰਾ ਸੰਜੋਗ ਉਸ ਦੇ ਨਾਲ ਹੈ। ਤੂੰ ਕੱਲ੍ਹ ਨੂੰ 4 ਪੈਰਾਂ ਦੇ ਅੰਦਰ ਉਸ ਕੋਲ ਪਹੁੰਚ ਜਾ ਤਾਂ ਤੂੰ ਨਰਕ ਤੋਂ ਬਚ ਜਾਵੇਂਗਾ, ਜੇਕਰ ਨਾ ਜਾਵੇਂਗਾ ਤਾਂ ਨਰਕਾਂ ਦਾ ਅਧਿਕਾਰੀ ਹੋਵੇਗਾ। ਭਰਥਰੀ ਇਹ ਗੱਲ ਸੁਣ ਕੇ ਬਹੁਤ ਦਲਗੀਰ ਹੋਇਆ ਅਤੇ ਪੁੱਛਣ ਲੱਗਾ ਕਰੰਗ ਕਿੰਨੇ ਕੋਹਾਂ ਦਾ ਮਾਰਗ ਹੈ। ਤਾਂ ਉਸ ਕਰੰਗ ਨੇ ਕਿਹਾ ਭਰਥਰੀ ਇਹ ਪੈਂਡਾ 99 ਕਰੋੜ ਕੋਹ ਦਾ ਹੈ। ਭਰਥਰੀ ਨੇ ਕਿਹਾ ਬਈ ਇੰਨੀ ਦੂਰ ਜਾਣਾ ਤਾਂ ਬਹੁਤ ਔਖਾ ਹੈ ਇੰਨੇ ਥੋੜ੍ਹੇ ਟਾਈਮ ਵਿੱਚ। ਤਾਂ ਕਰੰਗ ਨੇ ਕਿਹਾ ਜੇ ਤੂੰ ਨਹੀਂ ਪਹੁੰਚੇਗਾ ਤਾਂ ਨਰਕਾਂ ਦਾ ਅਧਿਕਾਰੀ ਹੋਵੇਗਾ, ਕਿਉਂਕਿ ਕੱਲ੍ਹ ਨੂੰ ਤੇਰਾ ਉਸ ਦੇ ਨਾਲ ਸੰਜੋਗ ਹੈ। ਇਹ ਗੱਲ ਸੁਣ ਕੇ ਭਰਥਰੀ ਰੁਦਨ ਕਰਨ ਲੱਗਾ। ਚੱਲਦਾ ਚੱਲਦਾ ਭਰਥਰੀ ਸਿੱਧ ਮੰਡਲੀ ਵਿੱਚ ਪਹੁੰਚ ਜਾਏਗਾ। ਭਰਥਰੀ ਅੱਗੇ ਹੋ ਦੇਗਾ ਆਪੇ ਹੀ ਉੱਪਰ ਚੱਕ ਲੈਂਦਾ ਸੀ ਅਤੇ ਉਤਾਰ ਲੈਂਦਾ ਸੀ, ਪਰ ਉਸ ਦਿਨ ਭਰਥਰੀ ਤੋਂ ਉਹ ਦੇਗ ਸਿਰ ਤੋਂ ਨਾ ਉਤਾਰੀ ਗਈ। ਭਰਥਰੀ ਨੇ ਆਖਿਆ ਸਿੱਧੋ ਜਤੀਓ ਮੇਰੇ ਸਿਰ ਤੋਂ ਦੇਗ ਉਤਾਰੋ। ਗੋਰਖਨਾਥ ਨੇ ਹੁਕਮ ਕੀਤਾ ਸਿੱਧੋ ਜਤੀਓ ਭਰਥਰੀ ਦੇ ਸਿਰ ਤੋਂ ਦੇਗ ਉਤਾਰ ਦਿਓ। ਸਿੱਧਾਂ ਨੇ ਉੱਠ ਕੇ ਭਰਥਰੀ ਦੇ ਸਿਰ ਤੋਂ ਦੇਗ ਉਤਾਰ ਦਿੱਤੀ। ਗੋਰਖਨਾਥ ਨੇ ਕਿਹਾ ਬੱਚਾ ਅੱਜ ਤੇਰਾ ਮੁਖ ਕਿਉਂ ਕਮਲਾਇਆ ਹੋਇਆ ਹੈ। ਭਰਥਰੀ ਨੇ ਕਿਹਾ ਸਿੱਧੋ ਮਹਾਂਪੁਰਖੋ ਮੈਨੂੰ ਅੱਜ ਇੱਕ ਬੜਾ ਜ਼ਰੂਰੀ ਕੰਮ ਹੈ, ਤੁਸੀਂ ਇਹ ਮੇਰਾ ਕੰਮ ਕਰੋ ਨਹੀਂ ਤਾਂ ਮੈਂ ਨਰਕਾਂ ਨੂੰ ਜਾਵਾਂਗਾ। ਗੋਰਖਨਾਥ ਨੇ ਕਿਹਾ ਭਰਥਰੀਨਾਥ ਇਹੋ ਜਿਹੀ ਕੀ ਜ਼ਰੂਰਤ ਪੈ ਗਈ, ਤੂੰ ਆਖਦਾ ਹੈ ਮੇਰਾ ਕੰਮ ਕਰੋ ਨਹੀਂ ਤਾਂ ਮੈਂ ਨਰਕਾਂ ਨੂੰ ਜਾਵਾਂਗਾ। ਭਰਥਰੀ ਨੇ ਬੇਨਤੀ ਕੀਤੀ ਗੁਰੂ ਜੀ ਮੈਨੂੰ ਇੱਕ ਕਰੰਗ ਨੇ ਕਿਹਾ ਹੈ ਕਮਲਾਪੁੱਤ ਜੂਨਾ ਰਾਜੇ ਦੀ ਬੇਟੀ ਹੈ, 2 ਵਾਰ ਪਹਿਲਾਂ ਤੇਰੇ ਨਾਲ ਵਿਆਹੀ ਹੈ ਤੇ ਕੱਲ੍ਹ ਨੂੰ ਤੇਰਾ ਉਸ ਦਾ ਸੰਜੋਗ ਹੈ। ਜੇ ਕੱਲ੍ਹ ਨੂੰ 4 ਪੈਰਾਂ ਦੇ ਅੰਦਰ ਉੱਥੇ ਪਹੁੰਚ ਜਾਵੇਗਾ ਤਾਂ ਨਰਕਾਂ ਤੋਂ ਬਚ ਜਾਵੇਗਾ, ਜੇਕਰ ਨਾ ਪਹੁੰਚਿਆ ਤਾਂ ਨਰਕਾਂ ਦਾ ਅਧਿਕਾਰੀ ਹੋਵੇਗਾ। ਗੋਰਖਨਾਥ ਸਿੰਧ ਮੰਡਲੀ ਨੂੰ ਕਿਹਾ ਸਿੱਧੋ ਨਾਥੋ ਜਤੀਓ ਤਪਿਓ ਕੋਈ ਐਸਾ ਹੈ ਜੋ ਭਰਥਰੀ ਦਾ ਕੰਮ ਕਰੇ। ਸਿੱਧਾਂ ਨੇ ਕਿਹਾ ਕਿੰਨੇ ਕੋਹ ਦਾ ਮਾਰਗ ਹੈ। ਭਰਥਰੀ ਨੇ ਆਖਿਆ 99 ਕਰੋੜ ਕੋਹ ਦਾ ਮਾਰਗ ਹੈ। ਜਦੋਂ ਇਹ ਗੱਲ ਸਿੱਧਾਂ ਨੇ ਸੁਣੀ ਤਾਂ ਸਾਰੇ ਸਿੱਧਾਂ ਨੇ ਜਵਾਬ ਦੇ ਦਿੱਤਾ ਕਿ ਭਰਥਰੀ ਇਹ ਮਾਰਗ ਕੱਲ੍ਹ ਤੱਕ ਪਹੁੰਚਣ ਦਾ ਨਹੀਂ ਹੈ। ਭਰਥਰੀ ਰੋਣ ਲੱਗਾ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਚੱਲ ਭਾਈ ਭਰਥਰੀ ਤੇਰੇ ਨਾਲ ਅਸੀਂ ਚੱਲਦੇ ਹਾਂ, ਤੈਨੂੰ ਅਸੀਂ ਨਰਕਾਂ ਦੇ ਵਿੱਚ ਨਹੀਂ ਜਾਣ ਦੇਵਾਂਗੇ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਤੂੰ ਤਿਆਰੀ ਕਰ ਲੈ ਅਸੀਂ ਤੇਰੇ ਨਾਲ ਚੱਲਾਂਗੇ। ਭਰਥਰੀ ਨੇ ਬੜੀ ਜਲਦੀ ਤਿਆਰੀ ਕਰ ਲਈ। ਗੁਰੂ ਨਾਨਕ ਸਾਹਿਬ ਜੀ ਨੇ ਮਿਰਗਾਨ ਦੀ ਸਵਾਰੀ ਕਰੀ, ਮਰਦਾਨੇ ਨੇ ਰਵਾਬ ਦੀ ਸਵਾਰੀ ਕਰੀ ਅਤੇ ਭਰਥਰੀ ਨੇ ਡੰਡੇ ਦੀ ਸਵਾਰੀ ਕਰੀ। ਤਿੰਨੇ ਸਵਾਰ ਹੋ ਕੇ ਗੋਰਖਨਾਥ ਨੂੰ ਸਿੱਧਾਂ ਨੂੰ ਆਦੇਸ਼ ਕਹਿ ਕੇ ਉੱਥੋਂ ਚੱਲ ਪਏ। ਸੂਰਜ ਤੋਂ 4 ਯੋਜਨ ਉਰਾਂ ਪਹੁੰਚ ਗਏ।
ਜਦੋਂ ਉੱਥੇ ਜਾ ਕੇ ਉਤਰੇ ਤਾਂ ਜੇ ਦਿਨ 1.5 ਪਹਿਰ ਰਹਿੰਦਾ ਸੀ। ਜੂਨਾਪਤ ਰਾਜੇ ਦੀ ਨਗਰੀ ਵਿੱਚ ਪਹੁੰਚ ਗਏ। ਬਾਗ ਦੇ ਵਿੱਚ ਬੈਠ ਗਏ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਭਰਥਰੀ ਅਸੀਂ ਇਸ਼ਨਾਨ ਨਹੀਂ ਕੀਤਾ, ਅਸੀਂ ਇਸ਼ਨਾਨ ਕਰਨ ਜਾਂਦੇ ਹਾਂ ਅਤੇ ਤੂੰ ਇਸ ਬਾਗ ਵਿੱਚ ਬੈਠ ਜਾ। ਜਦੋਂ ਭਰਥਰੀ ਉਸ ਬਾਗ ਵਿੱਚ ਬੈਠ ਗਿਆ ਤਾਂ ਅੱਗੋਂ ਕਮਲਾਪਤ ਰਾਣੀ ਆ ਗਈ। ਉਸਨੇ ਕੀ ਦੇਖਿਆ, ਇੱਕ ਜੋਗੀ ਬੈਠਾ ਹੈ। ਕਮਲਾਪਤ ਰਾਣੀ ਨੇ ਦਾਸੀਆਂ ਨੂੰ ਕਿਹਾ, ਉਸ ਜੋਗੀ ਨੂੰ ਪਕੜ ਕੇ ਲੈ ਕੇ ਆਓ। ਜਦੋਂ ਸਹੇਲੀਆਂ ਭਰਥਰੀ ਨੂੰ ਪਕੜ ਕੇ ਲੈ ਕੇ ਆ ਗਈਆਂ ਤਾਂ ਕਮਲਾਪਤ ਰਾਣੀ ਨੇ ਕਿਹਾ, ਭਰਥਰੀ ਤੇਰੇ ਪੈਰ ਵਿੱਚ ਪਦਮ ਹੈ ਅਤੇ ਤੇਰਾ ਮੇਰਾ ਅੱਜ ਸੰਜੋਗ ਹੈ, ਕਿਉਂਕਿ ਤੂੰ ਪਹਿਲਾਂ ਮੇਰੇ ਨਾਲ 2 ਵਾਰ ਵਿਆਹ ਕੀਤਾ ਹੈ ਅਤੇ ਹੁਣ ਤੀਸਰੀ ਵਾਰ ਵੀ ਤੂੰ ਮੇਰੇ ਨਾਲ ਵਿਆਹ ਕਰਨਾ ਹੈ। ਭਰਥਰੀ ਨੇ ਕਿਹਾ, ਅਸੀਂ ਤਾਂ ਜੋਗੀ ਹਾਂ ਅਤੇ ਅਸੀਂ ਇਹ ਕੰਮ ਨਹੀਂ ਕਰ ਸਕਦੇ। ਜਦੋਂ ਇਹ ਗੱਲਾਂ ਕਰ ਰਹੇ ਸਨ ਤਾਂ ਸਾਰੀਆਂ ਗੋਲੀਆਂ ਉਸ ਦੀ ਮਾਤਾ ਕੋਲ ਚਲੀਆਂ ਗਈਆਂ ਅਤੇ ਕਹਿਣ ਲੱਗੀਆਂ, ਬਾਗ ਦੇ ਵਿੱਚ ਇੱਕ ਜੋਗੀ ਆਇਆ ਹੈ, ਤੇਰੀ ਬੇਟੀ ਉਸਨੂੰ ਪਕੜ ਕੇ ਬੈਠੀ ਹੈ ਕਿ ਮੈਂ ਤੇਰੇ ਨਾਲ ਵਿਆਹ ਕਰਨਾ ਹੈ। ਜਦੋਂ ਉਸ ਦੀ ਮਾਤਾ ਨੇ ਰਾਜੇ ਨੂੰ ਖਬਰ ਕੀਤੀ ਤਾਂ ਰਾਜੇ ਨੇ ਕਿਹਾ, ਉਸ ਜੋਗੀ ਨੂੰ ਪਕੜ ਕੇ ਲਿਆਓ ਅਤੇ ਇਸ ਨੂੰ ਮਾਰ ਕੇ ਦਰਿਆ ਵਿੱਚ ਸੁੱਟ ਦਿਓ। ਜਦੋਂ ਭਰਥਰੀ ਨੂੰ ਮਾਰ ਕੇ ਦਰਿਆ ਵਿੱਚ ਸੁੱਟ ਦਿੱਤਾ ਤਾਂ ਮਰਦਾਨੇ ਨੇ ਕਿਹਾ, ਗੁਰੂ ਜੀ ਭਰਥਰੀ ਨੂੰ ਮਾਰ ਕੇ ਦਰਿਆ ਵਿੱਚ ਸੁੱਟ ਦਿੱਤਾ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਮਰਦਾਨਿਆਂ ਭਰਥਰੀ ਨਹੀਂ ਮਰੇਗਾ। ਤਾਂ ਭਰਥਰੀ ਫਿਰ ਬਾਗ ਵਿੱਚ ਬੈਠ ਗਿਆ। ਰਾਜੇ ਨੂੰ ਖਬਰ ਹੋਈ ਕਿ ਰਾਜੇ ਉਹ ਜੋਗੀ ਮਰਿਆ ਨਹੀਂ ਹੈ, ਉਹ ਫਿਰ ਬਾਗ ਵਿੱਚ ਬੈਠਾ ਹੈ। ਤਾਂ ਰਾਜੇ ਨੇ ਫਿਰ ਕਿਹਾ, ਇਸ ਨੂੰ ਅੱਗ ਵਿੱਚ ਸਾੜ ਦਿਓ। ਮਰਦਾਨੇ ਨੇ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ, ਗੁਰੂ ਜੀ ਭਰਥਰੀ ਹੁਣ ਸੜ ਜਾਵੇਗਾ। ਪਰ ਭਰਥਰੀ ਨੂੰ ਕੁਝ ਵੀ ਨਹੀਂ ਹੋਇਆ। ਫਿਰ ਜਾ ਕੇ ਬਾਗ ਵਿੱਚ ਬੈਠ ਗਿਆ। ਤੀਸਰੀ ਵਾਰ ਫਿਰ ਰਾਜੇ ਨੂੰ ਪਤਾ ਲੱਗਿਆ ਕਿ ਉਹ ਜੋਗੀ ਨਹੀਂ ਮਰਿਆ ਤਾਂ ਉਸਨੇ ਕਿਹਾ, ਇੱਕ ਟੋਆ ਪੁੱਟ ਕੇ ਉਸ ਵਿੱਚ ਜੋਗੀ ਨੂੰ ਮਾਰ ਕੇ ਦੱਬ ਦਿਓ ਅਤੇ ਉੱਪਰ ਕੰਧ ਕੱਢ ਦਿਓ। ਉਸੇ ਤਰ੍ਹਾਂ ਹੀ ਕੀਤਾ ਗਿਆ, ਪਰ ਭਰਥਰੀ ਨੂੰ ਫਿਰ ਵੀ ਕੁਝ ਨਹੀਂ ਹੋਇਆ। ਜਦੋਂ ਰਾਜੇ ਨੇ ਦੇਖਿਆ ਕਿ ਇਹ ਇਸ ਤਰ੍ਹਾਂ ਨਹੀਂ ਮਰ ਰਿਹਾ ਤਾਂ ਉਸਨੇ ਇੱਕ ਹੁਕਮ ਕੀਤਾ ਕਿ ਇਸ ਨੂੰ ਫਾਂਸੀ ਦੇ ਦਿਓ। ਫਿਰ ਇਸ ਤਰ੍ਹਾਂ ਇਹ ਮਰ ਜਾਵੇਗਾ। ਜਦੋਂ ਭਰਥਰੀ ਨੂੰ ਫਾਂਸੀ ਦੇਣ ਲਈ ਲੈ ਕੇ ਗਏ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਮਰਦਾਨੇ ਨੂੰ ਕਿਹਾ, ਮਰਦਾਨਿਆਂ ਹੁਣ ਭਰਥਰੀ ਦੀ ਸਹਾਇਤਾ ਕਰਨ ਦੀ ਲੋੜ ਪਵੇਗੀ। ਹੁਣ ਉਸ ਨੂੰ ਸੂਲੀ 'ਤੇ ਲੈ ਕੇ ਜਾਣ ਲੱਗੇ ਹਨ। ਜਦੋਂ ਭਰਥਰੀ ਨੂੰ ਸੂਲੀ ਦੇ ਨੇੜੇ ਲੈ ਕੇ ਗਏ ਤਾਂ ਗੁਰੂ ਨਾਨਕ ਸਾਹਿਬ ਜੀ ਉਸ ਕੋਲ ਆ ਗਏ। ਜਦੋਂ ਗੁਰੂ ਜੀ ਨੇ ਸੂਲੀ ਵੱਲ ਨਜ਼ਰ ਕੀਤੀ ਤਾਂ ਉਹ ਸੂਲੀ ਹਰੀ ਹੋ ਗਈ। ਰਾਜੇ ਨੇ ਕਿਹਾ, ਭਾਈ ਇਹ ਫਕੀਰ ਕੌਣ ਹੈ ਜਿਸ ਦੇ ਆਉਣ 'ਤੇ ਸੂਲੀ ਹਰੀ ਹੋ ਗਈ ਹੈ? ਤਾਂ ਉਸਨੇ ਰਾਜੇ ਨੇ ਮਰਦਾਨੇ ਨੂੰ ਪੁੱਛਿਆ, ਇਹ ਮਹਾਂਪੁਰਖ ਕੌਣ ਹਨ? ਮਰਦਾਨੇ ਨੇ ਕਿਹਾ, ਜੀ ਇਹ ਗੁਰੂ ਨਾਨਕ ਸਾਹਿਬ ਜੀ ਹਨ ਅਤੇ ਇਹ ਜੋਗੀ ਰਾਜਾ ਭਰਥਰੀ ਹੈ ਜੋ ਕਿ ਗੰਧਰਵ ਸੈਨ ਦਾ ਪੁੱਤਰ ਹੈ। ਰਾਜੇ ਨੇ ਕਿਹਾ, ਗੁਰੂ ਜੀ ਮੇਰੇ ਤੋਂ ਗਲਤੀ ਹੋ ਗਈ ਹੈ, ਮੈਂ ਬੜਾ ਪਾਪ ਕੀਤਾ ਹੈ। ਤਾਂ ਉਹ ਗਲ ਵਿੱਚ ਪੱਲਾ ਪਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਤੇ ਟਹਿ ਪਿਆ, ਹੱਥ ਜੋੜ ਕੇ ਕਹਿਣ ਲੱਗਾ, ਗੁਰੂ ਜੀ ਮੇਰੇ ਤਾਈਂ ਕੀ ਹੁਕਮ ਹੈ? ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਰਾਜਾ ਤੁਹਾਡੀ ਬੇਟੀ ਪਹਿਲਾਂ ਵੀ 2 ਵਾਰ ਇਸ ਦੇ ਨਾਲ ਵਿਆਹੀ ਹੈ ਅਤੇ ਅੱਜ ਤੇਰੀ ਬੇਟੀ ਦਾ ਅਤੇ ਭਰਥਰੀ ਦਾ ਸੰਯੋਗ ਹੈ।
ਇਸ ਕਰਕੇ ਅਸੀਂ ਤੇਰੀ ਬੇਟੀ ਨੂੰ ਲੈਣ ਲਈ ਆਏ ਹਾਂ। ਤਾਂ ਫਿਰ ਰਾਜੇ ਨੇ ਕਿਹਾ, ਗੁਰੂ ਜੀ ਅਸੀਂ ਰਾਜੇ ਹਾਂ, ਕੁਝ ਜੰਝ ਵੀ ਹੋਣੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਹੇ ਰਾਜਾ ਤੂੰ ਜੰਝ ਦੀ ਤਿਆਰੀ ਕਰ, ਜੰਝ ਤੇਰੇ ਘਰ ਆ ਜਾਵੇਗੀ। ਰਾਜੇ ਨੇ ਆਗਿਆ ਕੀਤੀ ਕਿ ਬੇਟੀ ਦੇ ਵਿਆਹ ਦੀ ਤਿਆਰੀ ਕਰੋ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਨਿਰੰਕਾਰ ਜੀ ਦੇ ਅੱਗੇ ਅਰਦਾਸ ਕੀਤੀ, ਹੇ ਨਿਰੰਕਾਰ ਜੀ, ਜੋ ਆਪ ਜੀ ਦੇ 96 ਕਰੋੜੀ ਦੇਵੀ ਦੇਵਤੇ ਹਨ, ਸਾਨੂੰ ਉਹਨਾਂ ਦੀ ਲੋੜ ਹੈ। ਤਾਂ ਨਿਰੰਕਾਰ ਜੀ ਨੇ ਕਿਹਾ, ਠੀਕ ਹੈ ਨਾਨਕ ਜੀ। ਤਾਂ ਇਤਨੀ ਜੰਝ ਆਈ ਕਿ ਰਾਜੇ ਦੇ ਦੇਸ਼ ਵਿੱਚ ਕਿਤੇ ਬੈਠਣ ਲਈ ਵੀ ਜਗ੍ਹਾ ਨਹੀਂ ਰਹੀ। ਰਾਜੇ ਨੇ ਕਿਹਾ, ਮੇਰੇ ਰਾਜ ਦੀ ਸਾਰੀ ਸਮੱਗਰੀ ਇਕੱਠੀ ਕਰਕੇ ਖਾਣਾ ਤਿਆਰ ਕਰ ਲਵੋ। ਪਰ ਫਿਰ ਵੀ ਉਹ ਖਾਣਾ ਤਿਆਰ ਨਹੀਂ ਕਰ ਸਕਿਆ। ਰਾਜੇ ਨੇ ਗਲ ਵਿੱਚ ਪੱਲਾ ਪਾ ਕੇ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਕੀਤੀ, ਗੁਰੂ ਜੀ ਮੈਥੋਂ ਭੁੱਲ ਹੋ ਗਈ ਹੈ, ਮੇਰੀ ਭੁੱਲ ਨੂੰ ਬਖਸ਼ ਦਿਓ ਜੀ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਰਾਜਾ ਤੁਸੀਂ ਆਪ ਹੀ ਜੰਝ ਮੰਗੀ ਹੈ, ਅਸੀਂ ਤਾਂ ਕੋਈ ਨਹੀਂ ਕਿਹਾ। ਪਰ ਰਾਜਾ ਤੂੰ ਚਿੰਤਾ ਮਤ ਕਰ, ਜਿੱਥੋਂ ਜੰਝ ਆਈ ਹੈ ਉੱਥੋਂ ਆਹਾਰ ਵੀ ਆ ਜਾਵੇਗਾ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਅਰਦਾਸ ਕੀਤੀ, ਹੇ ਨਿਰੰਕਾਰ ਜੀ, ਤੁਸੀਂ 96 ਕਰੋੜ ਦੇਵਤੇ ਭੇਜੇ ਹਨ, ਤਾਂ ਮਿਹਰਬਾਨੀ ਕਰਕੇ ਇਹਨਾਂ ਦਾ ਆਹਾਰ ਵੀ ਭੇਜ ਦੇਵੋ। ਤਾਂ 36 ਪ੍ਰਕਾਰ ਦੇ ਖਾਣੇ ਉਹਨਾਂ ਦੇ ਲਈ ਤਿਆਰ ਹੋ ਗਏ। ਜਦੋਂ ਪਹਿਰ ਰਾਤ ਰਹੀ ਤਾਂ ਪ੍ਰਥੀ ਦੀਆਂ ਲਾਵਾਂ ਹੋਈਆਂ। ਗੁਰੂ ਜੀ ਨੇ ਸਾਰੇ ਦੇਵੀ ਦੇਵਤਿਆਂ ਨੂੰ ਵਿਦਾ ਕੀਤਾ। ਫਿਰ ਰਾਜੇ ਨੇ ਗਲ ਵਿੱਚ ਪੱਲਾ ਪਾ ਕੇ ਗੁਰੂ ਨਾਨਕ ਸਾਹਿਬ ਜੀ ਅੱਗੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਜੀ, ਇਹ ਤਿਲਫੁਲ ਔਰ ਕੰਨਿਆ ਮੇਰੀ ਸਾਥ ਲੈ ਜਾਓ ਜੀ। ਗੁਰੂ ਨਾਨਕ ਜੀ ਨੇ ਕਿਹਾ, ਹੇ ਰਾਜਾ ਵਸਤਾਂ ਸਾਡੇ ਕਿਸੇ ਕੰਮ ਨਹੀਂ ਹਨ। ਰਾਜਾ ਚੁੱਪ ਕਰ ਗਿਆ ਅਤੇ ਫਿਰ ਬਚਨ ਦੁਹਰਾਇਆ ਨਹੀਂ। ਗੁਰੂ ਨਾਨਕ ਜੀ ਨੇ ਕਿਹਾ, ਰਾਜਾ ਅਸੀਂ ਜਾਂਦੇ ਹਾਂ। ਇਹ ਗੱਲ ਸੁਣ ਕੇ ਕਮਲਾਪਤੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਕਹਿਣ ਲੱਗੀ, ਗੁਰੂ ਜੀ ਮੈਂ ਤੁਹਾਡੀ ਦਾਸੀ ਹਾਂ, ਤੁਸੀਂ ਸਾਨੂੰ ਇੱਥੇ ਛੱਡ ਕੇ ਜਾਓਗੇ, ਆਪਣੇ ਚਰਨਾਂ ਦੇ ਨਾਲ ਹੀ ਲੈ ਚੱਲੋ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਕਮਲਾਪਤੀ ਰਾਣੀ, ਜੇ 10,000 ਵਰਸ ਤਪੱਸਿਆ ਕਰੇਗੀ ਤਾਂ ਤੂੰ ਸਾਡੇ ਨਾਲ ਜਾ ਸਕਦੀ ਹੈ। ਕਮਲਾਪਤੀ ਚੁੱਪ ਕਰ ਗਈ। ਫਿਰ ਕਮਲਾਪਤੀ ਨੇ ਕਿਹਾ ਕਿ ਗੁਰੂ ਜੀ ਮੇਰੀ ਕੋਈ ਨਿਸ਼ਾਨੀ ਲੈ ਜਾਓ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਨਹੀਂ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਤਾਂ ਗੁਰੂ ਜੀ ਨੇ ਕਿਹਾ, ਅਸੀਂ ਇੱਥੋਂ ਚੱਲਦੇ ਹਾਂ। ਜਦੋਂ ਉਹ ਤੁਰਨ ਲੱਗੇ ਤਾਂ ਮਰਦਾਨੇ ਦੀ ਰਵਾਬ ਚੱਲਦੀ ਨਹੀਂ ਸੀ। ਮਰਦਾਨੇ ਕਿਹਾ, ਗੁਰੂ ਜੀ ਹੁਣ ਮੈਂ ਕੀ ਕਰ ਸਕਦਾ ਹਾਂ। ਗੁਰੂ ਸਾਹਿਬ ਜੀ ਨੇ ਕਿਹਾ, ਮਰਦਾਨਿਆ ਤੂੰ ਕੋਈ ਚੀਜ਼ ਤਾਂ ਨਹੀਂ ਲੈ ਕੇ ਆਇਆ। ਮਰਦਾਨੇ ਕਿਹਾ, ਜੀ ਹਾਂ, ਉਹਨਾਂ ਇੱਕ ਨਿਸ਼ਾਨੀ ਦਿੱਤੀ ਹੈ, ਇਸ ਦੀ ਕੀਮਤ 10,000 ਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਤੂੰ ਇਸ ਨੂੰ ਵਾਪਸ ਕਰ ਆ। ਮਰਦਾਨੇ ਨੇ ਕਿਹਾ, ਜੀ ਇਸ ਨੂੰ ਵਾਪਸ ਕਿਵੇਂ ਕਰਕੇ ਆਵਾਂ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਮਰਦਾਨੇ ਦੇ ਮੂੰਹ 'ਤੇ ਹੱਥ ਫੇਰਿਆ ਤਾਂ ਉਸਦਾ ਦਾਣਾ ਚਿੱਟਾ ਹੋ ਗਿਆ ਅਤੇ ਗੁਰੂ ਜੀ ਨੇ ਕਿਹਾ, ਮਰਦਾਨਿਆ ਜਾ, ਹੁਣ ਤੈਨੂੰ ਕੋਈ ਨਹੀਂ ਪਛਾਣੇਗਾ, ਤੂੰ ਇਹ ਵਾਪਸ ਕਰ ਆ। ਤਾਂ ਮਰਦਾਨਾ ਜਾ ਕੇ ਉਹ ਵਾਪਸ ਕਰ ਆਇਆ ਅਤੇ ਤਿੰਨੋਂ ਫਿਰ ਅਸਵਾਰੀ ਕਰਕੇ ਸਿੱਧ ਮੰਡਲੀ ਦੇ ਵਿੱਚ ਵਾਪਸ ਆ ਗਏ। ਗੋਰਖਨਾਥ ਨੇ ਪੁੱਛਿਆ, ਕਿਉਂ ਨਾਨਕ ਭਾਜੀ ਭਰਤੀ ਦਾ ਕਾਰਜ ਹੋਇਆ ਹੈ। ਗੁਰੂ ਜੀ ਨੇ ਕਿਹਾ, ਨਾਥ ਜੀ ਆਪ ਜੀ ਦੀ ਕਿਰਪਾ ਦੇ ਨਾਲ ਕਾਰਜ ਹੋ ਗਿਆ ਹੈ। ਗੁਰੂ ਜੀ ਨੇ ਕਿਹਾ, ਨਾਥ ਜੀ ਹੁਣ ਅਸੀਂ ਚੱਲਦੇ ਹਾਂ। ਗੋਰਖਨਾਥ ਨੇ ਕਿਹਾ, ਤਾਂ ਭਾਜੀ ਤੁਸੀਂ ਕੋਈ ਦਿਨ ਸਾਡੇ ਕੋਲ ਰਹੋ। ਗੁਰੂ ਜੀ ਨੇ ਕਿਹਾ, ਨਾਥ ਜੀ ਸਾਨੂੰ ਆਗਿਆ ਦਿਓ, ਅਸੀਂ ਅੱਗੇ ਜਾਣਾ ਹੈ।
ਗੋਰਖਨਾਥ ਨੇ ਕਿਹਾ, ਨਾਨਕ ਜੀ, ਜਿਵੇਂ ਨਿਰੰਕਾਰ ਜੀ ਦੀ ਆਗਿਆ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਸਾਰੇ ਸਿੱਧਾਂ ਨੂੰ ਮਿਲ ਕੇ ਉੱਥੋਂ ਅੱਗੇ ਚੱਲ ਪਏ। ਸਾਖੀ ਸੰਪੂਰਨ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।